थैंक यू लॉर्ड जीसस। प्रभु ਜ਼ਮੀਨ ਅਸਮਾਨ ਦੇ ਮਾਲਕ ਤੇ ਖਾਲਕ, ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ, ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ। ਬਹੁਤ ਹੀ ਪਿਆਰ ਨਾਲ ਭਰੇ ਪਰਮੇਸ਼ਵਰ ਤੇ ਤਰਸ ਨਾਲ ਭਰੇ ਪਰਮੇਸ਼ਵਰ ਪਰ ਜੀ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਅੱਜ ਦੇ ਅੱਛੇ ਤੇ ਪਵਿੱਤਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਵਰ। ਤੁਸੀਂ ਬਹੁਤ ਹੀ ਪਿਆਰ ਨਾਲ ਭਰੇ ਪਰਮੇਸ਼ਵਰ ਤੇ ਤਰਸ ਨਾਲ ਭਰੇ ਪਰਮੇਸ਼ਵਰ ਪਰ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਦੇ। ਜੋ ਵੀ ਅੱਜ ਪ੍ਰਭੂ ਤੁਹਾਡੇ ਵਚਨ ਦੇ ਵਿੱਚੋਂ ਸਿੱਖੀਏ ਪ੍ਰਭੂ ਯਿਸੂ ਜੀ, ਹਾਲੇਲੂਇਆ। ਮੈਂ ਨਾ ਬੋਲਾਂ ਬਲਕਿ ਤੁਹਾਡਾ ਪੁੱਤਰ ਆਤਮਾ ਕੰਮ ਕਰੇ ਮੇਰੇ ਪਿਤਾ ਪਰਮੇਸ਼ਵਰ, ਕਿਉਂਕਿ ਤੂੰ ਬਹੁਤ ਹੀ ਪਿਆਰ ਨਾਲ ਭਰੇ ਪਰਮੇਸ਼ਵਰ ਤੇ ਤਰਸ ਨਾਲ ਭਰਿਆ ਪਰਮੇਸ਼ਵਰ। ਜਿੰਨੇ ਵੀ ਭੈਣ ਭਾਈ ਇਸ ਵੀਡੀਓ ਨੂੰ ਦੇਖਣ ਔਰ ਯਿਸੂ ਤੇਰੇ ਨਾਮ ਦੇ ਜ਼ਿੰਦਗੀਆਂ ਬਦਲ ਜਾਣ, ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਪਾਉਣ। ਅਸੀਂ ਸਾਰੇ ਮਿਲ ਕੇ ਪ੍ਰਭੂ ਤੇਰੇ ਵਚਨ ਦੇ ਵਿੱਚ ਸਿੱਖ ਸਕੀਏ। ਦੁਆ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਚ ਮੰਗਦੇ, ਆਮੀਨ ਆਮੀਨ ਆਮੀਨ, ਹਾਲੇਲੂਇਆ। ਖੁਦਾਵੰਦ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ, ਧੰਨਵਾਦ ਕਰਦੇ ਪ੍ਰਭੂ ਦੇ ਨਾਮ ਨੂੰ ਇੱਜ਼ਤ, ਉਹਦੇ ਨਾਮ ਨੂੰ ਜਲਾਲ ਦਿੰਦੇ, ਕਿਉਂਕਿ ਪ੍ਰਭੂਆਂ ਦਾ ਪ੍ਰਭੂ, ਰਾਜਾਂ ਦਾ ਰਾਜਾ ਯਿਸੂ ਨਾਸਰੀ ਹੀ ਪ੍ਰਭੂ ਆ, ਹਾਲੇਲੂਇਆ। ਜੇਕਰ ਅਸੀਂ ਯਿਸੂ ਨਾਸਰੀ ਪ੍ਰਭੂ ਦੀ ਆਵਾਜ਼ ਨੂੰ ਸੁਣਦੇ ਆ ਤੇ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ। ਜੇ ਅਸੀਂ ਦੂਸਰੇ ਲੋਕਾਂ ਦੀ ਗੱਲ ਸੁਣਦੇ ਆ ਤਾਂ ਉਹਦੇ ਵਿੱਚ ਸਾਡਾ ਨੁਕਸਾਨ ਤੇ ਨੁਕਸਾਨ ਹੀ ਹੁੰਦਾ ਹੈ, ਹਾਲੇਲੂਇਆ। ਅੱਜ ਮੇਰਾ ਵਿਸ਼ਾ ਇਹ ਹੈ ਕਿ ਸਾਨੂੰ ਹਮੇਸ਼ਾ ਕੀ ਕਰਨਾ ਹੈ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੀ ਆਵਾਜ਼ ਨੂੰ ਸੁਣਨਾ ਹੈ, ਨਾ ਕਿ ਕਿਸੇ ਲੋਕਾਂ ਦੀ ਆਵਾਜ਼ ਨੂੰ ਸੁਣਨਾ ਹੈ, ਹਾਲੇਲੂਇਆ। ਕਿਉਂਕਿ ਪ੍ਰਭੂ ਦਾ ਪ੍ਰਭੂ, ਰਾਜਾਂ ਦਾ ਰਾਜਾ ਹੋਲੀ ਸਪਿਰਿਟ ਦੇ ਦੁਆਰਾ, ਪਵਿੱਤਰ ਆਤਮਾ ਦੇ ਦੁਆਰਾ ਤੁਹਾਡੇ ਨਾਲ ਜਦੋਂ ਗੱਲਬਾਤ ਕਰਦੇ ਆ ਤਾਂ ਸਾਨੂੰ ਜ਼ਰੂਰ ਉਹਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ, ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ ਮਸੀਹ ਮਹਾਨ ਪਰਮੇਸ਼ਰ, ਦਿਆਲੂ ਤੇ ਕਿਰਪਾਲੂ ਬਾਪ ਆ, ਕਿਉਂਕਿ ਅਸੀਂ ਪਰਮੇਸ਼ਰ ਯਿਸੂ ਮਸੀਹ ਦੇ ਨਾਲ ਕਿਉਂ ਆਪਣੀਆਂ ਜ਼ਿੰਦਗੀਆਂ ਜੋੜਦੇ ਹਾਂ, ਤਾਂ ਕਿ ਅਸੀਂ ਉਹਦੀ ਆਵਾਜ਼ ਨੂੰ ਸੁਣ ਸਕੀਏ, ਉਹਦੇ ਨਾਮ ਦੀ ਵਡਿਆਈ, ਉਹਦੇ ਨਾਮ ਦੀ ਮਹਿਮਾ, ਉਹਦੀ ਆਵਾਜ਼ ਨੂੰ ਸੁਣ ਕੇ ਕਰ ਸਕੀਏ, ਹਾਲੇਲੂਇਆ। ਕਿਉਂਕਿ ਜਦੋਂ ਅਸੀਂ ਪਰਮੇਸ਼ਰ ਯਿਸੂ ਮਸੀਹ ਨਾਸਰੀ ਦੇ ਨਾਲ ਆਪਣੀਆਂ ਜ਼ਿੰਦਗੀਆਂ ਜੋੜ ਲੈਂਦੇ ਆ ਤਾਂ ਫਿਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਣ ਕੇ ਆਪਣੇ ਪਾਪਾਂ ਦਾ ਇਕਰਾਰ ਕਰਕੇ ਆਪਣੇ ਪਾਪਾਂ ਨੂੰ ਮੰਨ ਕੇ ਛੱਡ ਦਿੰਦੇ ਆ, ਤਾਂ ਉਸ ਤੋਂ ਬਾਅਦ ਕੀ ਕਰਨਾ, ਅਸੀਂ ਪ੍ਰਭੂ ਯਿਸੂ ਮਸੀਹ ਨਾਸਰੀ ਨੂੰ ਸੁਣਨਾ ਹੈ, ਨਾ ਕਿ ਅਸੀਂ ਲੋਕਾਂ ਨੂੰ ਸੁਣਨਾ ਹੈ, ਹਾਲੇਲੂਇਆ। ਜਿਹੜੀਆਂ ਸਾਡੀਆਂ ਪਹਿਲਾਂ ਜ਼ਿੰਦਗੀਆਂ ਹੁੰਦੀਆਂ ਹੈ, ਉਹਨਾਂ ਜ਼ਿੰਦਗੀਆਂ ਤੋਂ ਅਸੀਂ ਆਜ਼ਾਦ ਹੋ ਜਾਂਦੇ ਹਾਂ, ਉਹਨਾਂ ਜ਼ਿੰਦਗੀਆਂ ਤੋਂ ਅਸੀਂ ਆਜ਼ਾਦ ਹੋ ਜਾਂਦੇ ਆ। ਸਾਡੀਆਂ ਜ਼ਿੰਦਗੀਆਂ ਦੇ ਵਿੱਚ ਉਹ ਜਿਹੜੇ ਪੁਰਾਣੇ ਕੰਮ ਜਿਹੜੇ ਆ ਉਹ ਨਹੀਂ ਰਹਿੰਦੇ ਹੈ। ਫਿਰ ਅਸੀਂ ਲੋਕ ਜਿਹੜੇ ਆ ਸਾਨੂੰ ਬਹੁਤ ਤਰ੍ਹਾਂ ਦੇ ਨਾਲ ਸਾਨੂੰ ਵਰਗ ਲਾਉਂਦੇ ਆ ਕਿ ਨਹੀਂ, ਆ ਜਾ ਫਿਰ ਦੂਸਰੇ ਕੰਮ ਦੇ ਵਿੱਚ ਉਹੀ ਜੋ ਪਹਿਲਾਂ ਕੰਮ ਕਰਦਾ ਉਹਦੇ ਵਿੱਚ ਹੀ ਚਲੀਏ। ਸੋ ਕਈ ਤਰ੍ਹਾਂ ਦੇ ਕੰਮ ਜਿਹੜੇ ਆ ਉਹ ਸਾਨੂੰ ਫਿਰ ਦੁਨੀਆ ਦੇ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਲੋਕ ਜਿਹੜੇ ਆ, ਹਾਲੇਲੂਇਆ। ਪਰ ਸਾਡਾ ਯਿਸੂ ਮਸੀਹ ਨਾਸਰੀ ਜਿਹੜੇ ਹੈ ਉਹ ਸਾਨੂੰ ਪਾਪਾਂ ਤੋਂ ਆਜ਼ਾਦ ਕਰਕੇ, ਪਾਪਾਂ ਤੋਂ ਸਾਡੀਆਂ ਪਾਪਾਂ ਨੂੰ ਮਾਫ ਕਰਕੇ ਸਾਨੂੰ ਇੱਕ ਨਵੀਂ ਜ਼ਿੰਦਗੀ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਜੀਣ ਦੇ ਲਈ ਸਾਡੀ ਮਦਦ ਤੇ ਸਹਾਇਤਾ ਕਰਦੇ ਆ, ਹਾਲੇਲੂਇਆ। ਤਾਂ ਇਸ ਕਰਕੇ ਕੀ ਕਰਨਾ ਹੈ, ਅਸੀਂ ਪ੍ਰਭੂ ਯਿਸੂ ਮਸੀਹ ਦੀ ਆਵਾਜ਼ ਨੂੰ ਸੁਣਨਾ ਹੈ, ਪਵਿੱਤਰ ਆਤਮਾ ਦੇ ਹੋਲੀ ਸਪਿਰਿਟ ਨੂੰ ਅਸੀਂ ਸੁਣਨਾ ਹੈ, ਹਾਲੇਲੂਇਆ, ਤਾਂ ਕਿ ਅਸੀਂ ਪਰਮੇਸ਼ਰ ਯਿਸੂ ਮਸੀਹ ਦੇ ਵਿੱਚ ਅੱਗੇ ਤੋਂ ਅੱਗੇ ਵੱਧਦੇ ਜਾਈਏ, ਹਾਲੇਲੂਇਆ। ਕਿਉਂਕਿ ਲੋਕ ਜਿਹੜੇ ਆ, ਬਹੁਤ ਤਰ੍ਹਾਂ ਦੇ ਲੋਕ ਜਿਹੜੇ ਆ ਤੁਹਾਨੂੰ ਅੱਗੇ ਵਧਣ ਤੋਂ ਰੋਕਦੇ ਆ ਮੇਰੇ ਚੀਜ਼ੋ, ਹਾਲੇਲੂਇਆ। ਤੁਹਾਨੂੰ ਅੱਗੇ ਵਧਣ ਨਹੀਂ ਦੇਣਾ ਚਾਹੁੰਦੇ। ਉਹ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਕੇ, ਕਈ ਤਰ੍ਹਾਂ ਦੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਕੇ ਤੁਹਾਨੂੰ ਕੀ ਆ, ਉਹ ਪਿੱਛੇ ਛੁੱਟਣਾ ਚਾਹੁੰਦੇ ਹੈ। ਪਰ ਸਾਡਾ ਯਿਸੂ ਮਸੀਹ ਨਾਸਰੀ ਜਿਹੜੇ ਹੈ ਉਹ ਪ੍ਰਭੂ ਦੇ ਪ੍ਰਭੂ, ਰਾਜਾ ਦੇ ਰਾਜਾ ਯਿਸੂ ਨਾਸਰੀ ਜਿਹੜੇ ਆ ਉਹ ਤੁਹਾਨੂੰ ਉੱਚਾ ਕਰਦੇ। ਜੇਕਰ ਤੁਸੀਂ ਪਰਮੇਸ਼ਰ ਯਿਸੂ ਦੀ ਆਵਾਜ਼ ਨੂੰ ਸੁਣਦੇ ਆ ਫਿਰ ਤੁਹਾਨੂੰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਉੱਚਾ ਕਰਦੇ ਹੈ, ਨਾ ਕਿ ਲੋਕਾਂ ਦੀ ਆਵਾਜ਼ ਸੁਣ ਕੇ, ਹਾਲੇਲੂਇਆ। ਕਿਉਂਕਿ ਲੋਕ ਜਿਹੜੇ ਆ ਤੁਹਾਨੂੰ ਹਮੇਸ਼ਾ ਪਿੱਛੇ ਲੈ ਕੇ ਜਾਂਦੇ ਆ, ਪਰ ਯਿਸੂ ਮਸੀਹ ਨਾਸਰੀ ਜਿਹੜੇ ਆ ਹਮੇਸ਼ਾ ਤੁਹਾਨੂੰ ਅੱਗੇ ਲੈ ਕੇ ਜਾਂਦੇ। ਜੇਕਰ ਅਸੀਂ ਰੂਹ ਔਰ ਸੱਚਾਈ ਤੇ ਦਿਲ ਦੀਆਂ ਗਹਿਰਾਈਆਂ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਬੜਾਈ, ਉਹਦੇ ਨਾਮ ਦੀ ਮਹਿਮਾ ਕਰਦੇ ਆ, ਤਾਂ ਸੱਚਮੁੱਚ ਮੇਰੇ ਜੀਜੋ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜਾ ਆ ਸਾਨੂੰ ਬਹੁਤ ਹੀ ਉੱਚੀਆਂ ਪਵੰਦੀਆਂ ਦੇ ਲੈ ਕੇ ਜਾਂਦੇ ਆ, ਹਾਲੇਲੂਇਆ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਸਾਨੂੰ ਬੁਲੰਦੀਆਂ ਤੇ ਲੈ ਕੇ ਜਾਂਦੇ ਆ, ਹਾਲੇਲੂਇਆ। ਕਿਉਂਕਿ ਪਰਮੇਸ਼ਰ ਯਿਸੂ ਮਸੀਹ ਦੀ ਜਦੋਂ ਅਸੀਂ ਆਵਾਜ਼ ਸੁਣਦੇ ਮੇਰੇ ਜੀਜੋ, ਹਾਲੇਲੂਇਆ। ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਅੱਜ ਦੇਖਾਂਗੇ ਕਹਾਵਤਾਂ ਦੀ ਕਿਤਾਬ ਉਹਦਾ 8 ਬਾਬ ਦੀ 32 ਐਤ ਪਰਮੇਸ਼ਰ ਦੇ ਵਚਨ ਚ ਲਿਖਿਆ ਆਪਾਂ ਦੇਖਾਂਗੇ। ਕਹਾਵਤਾਂ 8 ਬਾਬ ਦੀ 32 ਐਤ, ਸੋ ਹੁਣ ਹੇ ਮੇਰੇ ਪੁੱਤਰੋ ਤੁਸੀਂ ਮੇਰੀ ਸੁਣੋ, ਹਾਲੇਲੂਇਆ। ਕੀ ਲਿਖਿਆ ਪਰਮੇਸ਼ਰ ਦੇ ਵਿੱਚ? ਪਰਮੇਸ਼ਰ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ, ਹੇ ਮੇਰੇ ਪੁੱਤਰੋ ਤੁਸੀਂ ਮੇਰੀ ਕੀ ਕਰੋ, ਸੁਣੋ। ਕਿਹਦੀ ਸੁਣੋ? ਪਰਮੇਸ਼ਵਰ ਦੀ ਸੁਣੋ, ਹਾਲੇਲੂਇਆ, ਨਾ ਕਿ ਲੋਕਾਂ ਦੀ ਸੁਣੋ। ਲੋਕ ਤਾਂ ਬਹੁਤ ਤਰ੍ਹਾਂ ਦੇ ਕੰਮ ਕਰਦੇ ਆ, ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਹੈ, ਪਰ ਅਸੀਂ ਯਿਸੂ ਮਸੀਹ ਦੀ ਆਵਾਜ਼ ਨੂੰ, ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਹੈ ਮੇਰੇ ਜੀ, ਹਾਲੇਲੂਇਆ। ਸੋ ਲਿਖਿਆ, ਸੋ ਹੁਣ ਹੇ ਮੇਰੇ ਪੁੱਤਰੋ ਤੁਸੀਂ ਮੇਰੀ ਸੁਣੋ, ਕਿਉਂ ਜੋ ਧਨ ਉਹ ਹਨ ਜਿਹੜੇ ਮੇਰੇ ਰਾਹਾਂ ਦੀ ਪਾਲਣਾ ਕਰਦੇ ਹਨ।
परमेश्वर की आवाज़ ਨੂੰ सुन के परमेश्वर ਦੀ ਗੱਲ ਨੂੰ सुन के ਅਸੀਂ ਕੀ ਕਰਨਾ ਹੈ, परमेश्वर ਦੇ ਵਿੱਚ ਅਸੀਂ ਚੱਲਣਾ, ਉਹਦੀ ਆਵਾਜ਼ ਨੂੰ सुन के परमेश्वर ਦੇ ਚੱਲਣਾ ਹੈ। ਕਿਉਂ ਜੋ ਧੰਨ ਉਹ ਲਿਖਿਆ, परमेश्वर ਦੇ ਵਿੱਚ ਲਿਖਿਆ ਧੰਨ ਉਹ ਹਨ ਜਿਹੜੇ ਮੇਰੇ ਰਾਹਾਂ ਦੀ ਪਾਲਣਾ ਕਰਦੇ ਆ। ਧੰਨ ਉਹ ਲੋਕੀ ਹੈ ਜਿਹੜੇ ਮੇਰੇ ਰਾਹਾਂ ਦੀ ਪਾਲਣਾ ਕਰਦੇ ਮੇਰੇ ਜੀਜੋ, ਕਿਉਂਕਿ परमेश्वर ਦਾ परमेश्वर, ਪ੍ਰਭੂਆਂ ਦਾ ਪ੍ਰਭੂ, ਰਾਜਾਂ ਦਾ ਰਾਜਾ ਯਿਸੂ ਨਾਸਰੀ ਹੀ ਪ੍ਰਭੂ ਹੈ। ਹਾਲੇਲੂਇਆ। ਲਿਖਿਆ ਧੰਨ ਉਹ ਲੋਕ ਹੈ ਜੋ ਮੇਰੇ ਜਿਹੜੇ ਮੇਰੇ ਰਾਹਾਂ ਦੀ ਪਾਲਣਾ ਕਰਦੇ। ਕਹਿੰਦਾ ਧੰਨ ਉਹ ਲੋਕੀ ਹੈ ਮੇਰੇ ਜੀਜੋ। ਹਾਲੇਲੂਇਆ। ਆਮ ਲੋਕ ਨਹੀਂ, ਧੰਨ ਉਹ ਲੋਕੀ ਜਿਹੜੇ ਮੇਰੇ ਰਾਹਾਂ ਦੀ ਪਾਲਣਾ ਕਰਦੇ ਆ। ਜਦੋਂ ਅਸੀਂ ਪਰਮੇਸ਼ਵਰ ਯਿਸੂ ਨਾਸਰੀ ਦੀ ਆਵਾਜ਼ ਸੁਣ ਕੇ ਫਿਰ ਉਹਦੇ ਜਿਹੜੇ ਹੁਕਮ ਹੈ ਉਹਨਾਂ ਦੀ ਅਸੀਂ ਪਾਲਣਾ ਕਰਦੇ ਆ, ਤਾਂ ਮੇਰੇ ਜੀਜੋ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਹੁੰਦੇ ਆ। ਹਾਲੇਲੂਇਆ। ਕਹਿੰਦਾ ਧੰਨ ਉਹ ਲੋਕੀ ਜੋ ਮੇਰੇ ਰਾਹਾਂ ਦੀ ਪਾਲਣਾ ਕਰਦੇ ਆ। ਸਿੱਖਿਆ ਨੂੰ ਸੁਣ ਤੇ ਬੁੱਧਵਾਨ ਬਣ ਅਤੇ ਉਸ ਤੋਂ ਮੂੰਹ ਨਾ ਮੋੜ। ਹਾਲੇਲੂਇਆ। ਸਿੱਖਿਆ ਨੂੰ ਸੁਣ। ਕਿਹੜੀ ਸਿੱਖਿਆ? ਆ ਜਿਹੜੀ ਸਿੱਖਿਆ ਇਹਨੂੰ ਸੁਣਨਾ ਹੈ ਮੇਰੇ ਜੀਜੋ। ਆ ਜਿਹੜੀ ਸਿੱਖਿਆ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖੀ ਹੋਈ ਜਿਹੜੀ ਸਿੱਖਿਆ, ਇਹਨੂੰ ਸੁਣਨਾ ਹੈ ਮੇਰੇ ਜੀਜੋ। ਕਿਸੇ ਬਾਹਰਲੀ ਸਿੱਖਿਆ ਨੂੰ ਨਹੀਂ ਸੁਣਨਾ ਹੈ। ਪਰਮੇਸ਼ਰ ਦੇ ਵਚਨ ਜੋ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖੇ ਹੋਇਆ ਉਹਨੂੰ ਅਸੀਂ ਸੁਣਨਾ, ਨਾ ਕਿ ਅਸੀਂ ਦੂਸਰੇ ਲੋਕਾਂ ਨੂੰ ਸੁਣਨਾ। ਬਾਹਰੋਂ ਕੋਈ ਗੱਲਾਂ ਨਹੀਂ ਅਸੀਂ ਸੁਣੀਆਂ, ਬਲਕਿ ਪਰਮੇਸ਼ਰ ਦੇ ਵਚਨ ਦੇ ਜੋ ਕੁਝ ਵੀ ਲਿਖਿਆ ਉਹ ਅਸੀਂ ਕੀਆ ਸੁਣਨਾ ਹੈ। ਹਾਲੇਲੂਇਆ। ਸਿੱਖਿਆ ਨੂੰ ਸੁਣ ਅਤੇ ਬੁੱਧਵਾਨ ਬਣ ਕੇ ਲਿਖਿਆ। ਸਿੱਖਿਆ ਨੂੰ ਸੁਣ ਤੇ ਬੁੱਧਵਾਨ। ਜੇ ਤੂੰ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਨੂੰ ਸੁਣੇਗਾ, ਉਹਦੇ ਹੁਕਮਾਂ ਦੇ ਉੱਪਰ ਚੱਲੇਗਾ, ਤਾਂ ਤੂੰ ਹਮੇਸ਼ਾ ਬੁੱਧਵਾਨ ਹੋਏਗਾ ਮੇਰੇ ਜੀਜੋ। ਕਿਉਂਕਿ ਪਰਮੇਸ਼ਰ ਦਾ ਵਚਨ ਹੀ ਤੁਹਾਨੂੰ ਬੁੱਧਵਾਨ ਬਣਾਉਂਦਾ ਹੈ। ਪਰਮੇਸ਼ਰ ਦਾ ਵਚਨ ਹੀ ਤੁਹਾਨੂੰ ਬੁੱਧੀ ਦਿੰਦਾ ਹੈ, ਅਕਲ ਦਿੰਦਾ ਹੈ, ਦਿਨਾਈ ਦਿੰਦਾ ਹੈ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦਾ ਵਚਨ ਹੀ ਸਾਨੂੰ ਸਭ ਕੁਝ ਸਿਖਾਉਂਦਾ ਹੈ ਮੇਰੇ ਜੋ ਆਪਣੇ ਪੁੱਤਰ ਆਤਮਾ ਦੇ ਦੁਆਰਾ। ਹਾਲੇਲੂਇਆ। और अपने पुत्र आत्मा ਦਾ ਅਕਤ ਹੋ ਕੇ ਭਰ ਕੇ ਪਰਮੇਸ਼ਰ ਦਾ ਆਤਮਾ ਤੁਹਾਡੇ ਨਾਲ ਗੱਲਬਾਤ ਕਰਦਾ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਹੈ ਤਾਂ ਅਸੀਂ ਬੁੱਧਵਾਨ ਬਣਨਾ ਹੈ ਮੇਰੇ ਜੀਜੋ। ਕਿਉਂਕਿ ਪਰਮੇਸ਼ਰ ਵੱਲੋਂ ਹੀ ਬੁੱਧੀ ਮਿਲਦੀ ਹੈ, ਪਰਮੇਸ਼ਰ ਦੇ ਵੱਲੋਂ ਹੀ ਸਭ ਕੁਝ ਪਰਮੇਸ਼ਰ ਹੀ ਤੁਹਾਡੇ ਲਈ ਕਰਦਾ ਹੈ ਮੇਰੇ ਜੀਜੋ। ਪਰ ਸ਼ਰਤ ਇਹ ਹੈ ਕਿ ਅਸੀਂ ਆਵਾਜ਼ ਜਿਹੜੀ ਹੈ ਪਰਮੇਸ਼ਰ ਦੀ ਸੁਣਨੀ ਹੈ, ਨਾ ਕਿ ਕਿਸੇ ਇਨਸਾਨ ਦੀ ਸੁਣਨੀ ਹੈ ਮੇਰੇ ਜੀਜੋ। ਆਵਾਜ਼ ਜਿਹੜੀ ਅਸੀਂ ਪਰਮੇਸ਼ਰ ਦੀ ਸੁਣਨੀ ਆ। ਫਿਰ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਬੁਲੰਦੀਆਂ ਤੇ ਲੈ ਕੇ ਜਾਵਾਂਗਾ, ਮੈਂ ਤੁਹਾਡੀ ਹਰ ਗੱਲ ਨੂੰ ਪੂਰਾ ਕਰਾਂਗਾ। ਹਾਲੇਲੂਇਆ। ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਲੋਕਾਂ ਦੇ ਉੱਪਰ ਭਰੋਸਾ ਕਰਦੇ ਹੈ। ਹਾਲੇਲੂਇਆ। ਸਾਨੂੰ ਲੋਕਾਂ ਤੇ ਭਰੋਸਾ ਕਰਨ ਦੀ ਬਜਾਏ ਮੇਰੇ ਜੀਜੋ ਯਿਸੂ ਮਸੀਹ ਨਾਸਰੀ ਦੇ ਉੱਪਰ ਜਿਹੜਾ ਆ ਉਹ ਭਰੋਸਾ ਕਰਨ ਦੀ ਲੋੜ ਹੈ। ਹਾਲੇਲੂਇਆ। ਤਾਂ ਕਿ ਪਰਮੇਸ਼ਰ ਤੁਹਾਨੂੰ ਬੇਲੇ ਸਿਰ ਉੱਚਾ ਕਰੇ। ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਬੇਲੇ ਸਿਰ ਉੱਚਾ ਕਰੇ ਮੇਰੇ ਜੀਜੋ। ਫਿਰ ਪਰਮੇਸ਼ਰ ਦਾ ਵਚਨ ਜਿਹੜਾ ਤੁਸੀਂ ਯਿਸੂ ਨਾਸਰੀ ਦਾ ਵਚਨ ਜਿਹੜਾ ਤੁਸੀਂ ਪੂਰਾ ਕਰ ਸਕਦੇ ਆਪਣੀ ਜ਼ਿੰਦਗੀ ਦੇ ਵਿੱਚ ਮੇਰੇ, ਉਹਦੀ ਸਿੱਖਿਆ ਨੂੰ ਮੰਨ ਕੇ ਫਿਰ ਉਹਦੀ ਸਿੱਖਿਆ ਦੇ ਉੱਪਰ ਚੱਲ ਸਕਦੇ ਹੋ। ਹਾਲੇਲੂਇਆ। ਬਹੁਤ ਸਾਰੇ ਲੋਕ ਕੀ ਆ ਇੱਧਰ ਉੱਧਰ ਦੀਆਂ ਸਿੱਖਿਆ ਨੂੰ ਸੁਣ ਕੇ ਫਿਰ ਕੀ ਕਰਦੇ ਆ, ਉਹ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਸੁਣਦੇ, ਬਲਕਿ ਦੂਸਰੀ ਸਿੱਖਿਆ ਨੂੰ, ਦੂਸਰੇ ਲੋਕਾਂ ਦੀ ਆਵਾਜ਼ ਨੂੰ ਸੁਣਦੇ ਹੈ ਕਿ ਪਤਾ ਨਹੀਂ ਕੀ ਹੋ ਜਾਣਾ ਹੈ। ਪਰ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਕਿ ਬੁੱਧਵਾਨ ਬਣ। ਕਹਿੰਦਾ ਧੰਨ ਉਹ ਆਦਮੀ ਹੈ ਜੋ ਮੇਰੀ ਸੁਣਦਾ ਹੈ, ਜੋ ਮੇਰੇ ਬੂਹਿਆਂ ਉੱਤੇ ਨਿਤ ਉਡੀਕ ਕਰਦਾ ਹੈ। ਹਾਲੇਲੂਇਆ। ਧੰਨ ਉਹ ਆਦਮੀ ਹੈ ਜੋ ਮੇਰੀ ਸੁਣਦਾ। ਪਰਮੇਸ਼ਰ ਬਾਰ ਪਰਮੇਸ਼ਰ ਦੇ ਇਸ ਜਿਹੜਾ ਆਪਾਂ ਕਹਾਵਤਾਂ ਦੀ ਕਿਤਾਬ 8 ਬਾਬ ਦੀ 32 ਐਤ ਤੋਂ ਪੜ੍ਹ ਰਹੇ ਹਾਂ, ਇਹਦੀ ਆਪਾਂ 36 ਤੱਕ ਪੜਾਂਗੇ। ਹਾਲੇਲੂਇਆ। ਤੇ ਬਾਰ-ਬਾਰ ਤੁਹਾਨੂੰ ਇਹੀ ਪਰਮੇਸ਼ਰ ਸਾਨੂੰ ਸਾਰਿਆਂ ਨੂੰ ਇਹੀ ਦੱਸ ਰਿਹਾ ਕਿ ਧੰਨ ਹੈ ਉਹ ਆਦਮੀ ਜੋ ਮੇਰੀ ਸੁਣਦਾ ਹੈ ਅਤੇ ਮੇਰੇ ਬੂਹਿਆਂ ਉੱਤੇ ਨਿਤ ਉਡੀਕ ਕਰਦਾ ਹੈ। ਹਾਲੇਲੂਇਆ। ਧੰਨ ਉਹ ਲੋਕ ਆ, ਪਰਮੇਸ਼ਰ ਕਹਿੰਦਾ ਕਿ ਜਿਹੜਾ ਮੇਰੀ ਸੁਣਦਾ ਹੈ ਤੇ ਮੇਰੇ ਬੂਹਿਆਂ ਦੇ ਉੱਤੇ ਨਿਤ ਉਡੀਕ ਕਰਦਾ ਹੈ। ਹਾਲੇਲੂਇਆ। ਬੂਹਿਆਂ ਦੇ ਉੱਪਰ ਨੋਕ ਕਰਦਾ ਕਿ ਨਿਤ ਉਡੀਕ ਕਰਦਾ ਕਿ ਕੌਣ ਆਵੇ ਮੇਰੇ ਨੋਕ ਕਰੇ ਤਾਂ ਮੈਂ ਉਹਦੇ ਲਈ ਖੋਲ ਦਿਆਂ। ਹਾਲੇਲੂਇਆ। ਨੋਕ ਕਰੇ ਮੈਂ ਉਹਦੇ ਲਈ ਖੋਲ ਦਿਆਂ। ਹਾਲੇਲੂਇਆ। ਦਰਵਾਜ਼ੇ ਕਿਹੜੇ ਆ? ਮੇਰੇ ਦਿਲ ਦੇ ਦਰਵਾਜ਼ੇ ਹੈ। ਪਰਮੇਸ਼ਰ ਹਮੇਸ਼ਾ ਉਡੀਕ ਕਰਦਾ ਹੈ। ਪਰਮੇਸ਼ਰ ਹਮੇਸ਼ਾ ਤੁਹਾਨੂੰ ਉਡੀਕ ਕਰਦਾ ਹੈ ਕਿ ਕੌਣ ਮੇਰੇ ਵਚਨ ਨੂੰ ਆਪਣੇ ਦਿਲ ਦੇ ਵਿੱਚ ਲੈ ਕੇ ਆਵੇ। ਹਾਲੇਲੂਇਆ। ਤੇ ਮੇਰੀ ਉਡੀਕ ਕਰਦਾ ਦਰਵਾਜ਼ਿਆਂ ਦੇ ਉੱਪਰ। ਇਹ ਦਿਲ ਦੇ ਦਰਵਾਜ਼ੇ ਮੇਰੇ ਜੀਜੋ, ਇਹਨਾਂ ਨੂੰ ਖੋਲਣਾ ਹੈ ਅਸੀਂ। ਹਾਲੇਲੂਇਆ। ਪਰਮੇਸ਼ਰ ਦੇ ਲਈ ਖੋਲਣਾ ਹੈ। ਹਾਲੇਲੂਇਆ। ਉਹ ਹਮੇਸ਼ਾ ਜਿਹੜਾ ਆ ਉਹ ਤੁਹਾਡੇ ਲਈ ਤਿਆਰ ਆ। ਪਰ ਸ਼ਰਤ ਇਹ ਹੈ ਕਿ ਤੁਸੀਂ ਆਪਣੇ ਦਿਲਾਂ ਦੇ ਦਰਵਾਜ਼ੇ ਖੋਲਣੇ ਆ। ਹਾਲੇਲੂਇਆ। ਤਾਂ ਕਿ ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰੇ ਮੇਰੇ ਜੀਜੋ। ਹਾਲੇਲੂਇਆ। ਜੇ ਅਸੀਂ ਆਪਣੇ ਦਿਲ ਦੇ ਦਰਵਾਜ਼ੇ ਅੱਜ ਪਰਮੇਸ਼ਰ ਦੇ ਲਈ ਖੋਲ ਦੇਾਂਗੇ ਤਾਂ ਮੇਰੇ ਜੀਜੋ ਪਰਮੇਸ਼ਰ ਪ੍ਰਭੂ ਐਨ ਵਕਤ ਤੁਹਾਨੂੰ ਉੱਚਾ ਕਰੇਗਾ। ਹਾਲੇਲੂਇਆ। ਐਨ ਵਕਤ ਤੁਹਾਡੀ ਹਰ ਬਿਮਾਰੀ ਨੂੰ ਚੰਗਾ ਕਰੇਗਾ। ਐਨ ਵਕਤ ਤੁਹਾਡੀਆਂ ਹਰ ਪ੍ਰੋਬਲਮਸ ਨੂੰ
दूर करेगा। हालेलुया। और परमेश्वर का परमेश्वर प्रभु यीशु नासरी हमेशा तुहाडी उਡੀक करदा है कि किहड़ा अपने दिलां नूं खोले तो मैं उहदे दिल विच वास करां। हालेलुया। ਅੱਗੇ ਲਿਖਿਆ ਪਰਮੇਸ਼ਰ ਦੇ ਵਚਨ ਦੇ ਵਿੱਚ, ਅਤੇ ਮੇਰੇ ਦਰਵਾਜ਼ਿਆਂ ਦੀਆਂ ਚਗਾਠਾਂ ਕੋਲ ਰਾਖੀ ਕਰਦਾ ਹੈ, ਜਿਹੜਾ ਮੈਨੂੰ ਲੱਭਦਾ ਹੈ ਉਹ ਜਿਉਣ ਲੱਭਦਾ ਹੈ। ਹਾਲੇਲੂਇਆ। ਰੱਬਾ ਖਾਤਾ ਰੱਬਾ ਸ਼ੋ ਰੱਬਾ ਖਾਤਾ ਰੱਬਾ। ਪਰਮੇਸ਼ਰ ਦੇ ਵਚਨ ਚ ਕੀ ਲਿਆ? ਜਿਹੜਾ ਮੈਨੂੰ ਲੱਭਦਾ ਹੈ, ਹਾਲੇਲੂਇਆ, ਜਿਹੜਾ ਮੈਨੂੰ ਲੱਭਦਾ ਉਹ ਜਿਉਣ ਲੱਭਦਾ ਹੈ। ਹਾਲੇਲੂਇਆ। ਜ਼ਿੰਦਗੀ ਉਹਦੇ ਵਿੱਚ ਆ ਜਾਂਦੀ ਹੈ ਜਦੋਂ ਅਸੀਂ ਪਰਮੇਸ਼ਰ ਯਿਸੂ ਨਾਸਰੀ ਨੂੰ ਅਸੀਂ ਲੱਭਦੇ ਹਾਂ ਤਾਂ ਮੇਰੇ ਜੋ ਉਹਦੇ ਵਿੱਚ ਜਿਉਣ ਆ ਜਾਂਦਾ ਹੈ, ਉਹਦੀ ਜ਼ਿੰਦਗੀ ਵਿੱਚ ਜੀਵਨ ਆ ਜਾਂਦਾ, ਜਿਉਣ ਆ ਜਾਂਦਾ ਜਦੋਂ ਯਿਸੂ ਮਸੀਹ ਨਾਸਰੀ ਜਿਹੜਾ ਪੁੱਤਰ ਆਤਮਾ ਦੇ ਦੁਆਰਾ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦਾ। ਜਿਹੜਾ ਹਾਲੇਲੂਇਆ ਲਿਖਿਆ, ਜਿਹੜਾ ਮੈਨੂੰ ਲੱਭਦਾ ਹੈ ਉਹ ਜਿਉਣ ਲੱਭਦਾ ਹੈ। ਕਿਹਨੂੰ? ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਨੂੰ ਜਿਹੜਾ ਲੱਭਦਾ ਉਹ ਜਿਉਣ ਲੱਭਦਾ, ਹਮੇਸ਼ਾ ਦੀ ਜ਼ਿੰਦਗੀ ਉਹਨੂੰ ਮਿਲ ਜਾਂਦੀ ਹੈ ਮੇਰੇ ਜੀਜੋ। ਹਾਲੇਲੂਇਆ। ਹਾਲੇਲੂਇਆ। ਅਤੇ ਯਹੋਵਾ ਤੋਂ ਕਿਰਪਾ ਪਾਵੇਗਾ, ਉਹ ਯਹੋਵਾ ਤੋਂ ਕਿਰਪਾ ਪਾਵੇਗਾ ਮੇਰੇ ਜੀਜੋ। ਕਿਰਪਾ ਕਿੱਥੋਂ ਮਿਲਦੀ ਹੈ? ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਹੈ ਉਹ ਸਾਨੂੰ ਕਿਰਪਾ ਦੇ ਸਕਦੇ, ਹੋਰ ਕੋਈ ਕਿਰਪਾ ਨਹੀਂ ਕਰ ਸਕਦਾ। ਹਾਲੇਲੂਇਆ। ਜਿਉਣ ਜਿਹੜਾ ਕਿਹਦੇ ਕੋਲ ਹੈ? ਜਿਉਣ ਜਿਹੜਾ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਕੋਲ ਹੈ ਮੇਰੇ ਜੀਜੋ। ਹਾਲੇਲੂਇਆ। ਤਾਂ ਉਹ ਹੀ ਸਾਨੂੰ ਜਿਉਣ ਦੇ ਸਕਦਾ ਹੈ। ਹਾਲੇਲੂਇਆ। ਹਾਲੇਲੂਇਆ। ਪਰ ਜੋ ਮੇਰਾ ਪਾਪ ਕਰਦਾ ਹੈ ਉਹ ਆਪਣੀ ਜਾਨ ਦਾ ਨੁਕਸਾਨ ਕਰਦਾ ਹੈ। ਹਾਲੇਲੂਇਆ। ਜਿਹੜਾ ਪਾਪ ਕਰਦਾ ਹੈ ਮੇਰੇ ਜੋ ਆਪਣੀ ਜਾਨ ਦਾ ਨੁਕਸਾਨ ਕਰਦਾ ਹੈ। ਪਰਮੇਸ਼ਵਰ ਨੇ ਸਾਨੂੰ ਜਿਹੜੀ ਆ ਅਕਲ ਬੁੱਧੀ ਸਮਝ ਦਿੱਤੀ ਆ। ਜਦੋਂ ਅਸੀਂ ਪਰਮੇਸ਼ਵਰ ਦੇ ਵਿੱਚ ਆ ਜਾਂਦੇ ਆ, ਰੂਹ ਔਰ ਸੱਚਾਈ ਤੇ ਦਿਲ ਦੀਆਂ ਗਹਿਰਾਈਆਂ ਨਾਲ ਪਰਮੇਸ਼ਵਰ ਦੇ ਨਾਮ ਨੂੰ ਪੁਕਾਰਨਾ ਸ਼ੁਰੂ ਕਰ ਦਿੰਦੇ ਆ, ਤਾਂ ਫਿਰ ਮੇਰੇ ਜੋ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕੋਈ ਵੀ ਪਾਪ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ। ਹਾਲੇਲੂਇਆ। ਤੁਹਾਡੇ ਪਾਪ ਜਿਹੜੇ ਕੀਤੇ ਹੋਏ ਸੀਗੇ ਪਿੱਛੇ, ਜੋ ਤੁਸੀਂ ਗਲਤੀਆਂ ਕੀਤੀਆਂ, ਪਾਪ ਕੀਤੇ ਸੀ, ਉਹ ਜਦੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਤੁਹਾਡੇ ਪਾਪਾਂ ਨੂੰ ਮਾਫ ਕਰ ਦਿੰਦੇ ਆ, ਤਾਂ ਫਿਰ ਕੀ ਹੈ? ਇੱਕ ਨਵੀਂ ਜ਼ਿੰਦਗੀ, ਇੱਕ ਨਵਾਂ ਜੀਵਨ ਜਿਹੜਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਤੁਹਾਨੂੰ ਦਿੰਦੇ ਆ। ਤਾਂ ਫਿਰ ਪਰਮੇਸ਼ਰ ਕਹਿੰਦਾ, ਜਾ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ। ਹਾਲੇਲੂਇਆ। ਤਾਂ ਅੱਗੇ ਤੋਂ ਪਾਪ ਨਾ ਕਰੀ ਮੇਰੇ ਜੀਜੋ। ਹਾਲੇਲੂਇਆ। ਜਦੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜਾ ਆ ਕਹਿੰਦੇ ਆ ਕਿ ਤੁਹਾਡੇ ਪਾਪ ਮਾਫ ਹੋ ਗਿਆ, ਅੱਗੇ ਤੋਂ ਗੁਨਾਹ ਨਾ ਕਰਨਾ, ਅੱਗੇ ਤੋਂ ਪਾਪ ਨਾ ਕਰਨਾ, ਸਗੋਂ ਮੇਰੀ ਸਿੱਖਿਆ ਨੂੰ ਮੰਨ ਕੇ ਉਹਦੇ ਉੱਪਰ ਚੱਲਣਾ। ਤੇ ਜਿਹੜਾ ਮੇਰੇ ਸਿੱਖਿਆ ਨੂੰ ਮੰਨਦਾ ਹੈ ਤੇ ਸੁਣਦਾ, ਮੇਰੇ ਵਚਨ ਸੁਣਦਾ, ਉਹਦੇ ਵਿੱਚ ਜਿਉਣ ਆ ਜਾਂਦਾ ਹੈ। ਹਾਲੇਲੂਇਆ। ਹਾਲੇਲੂਇਆ। ਜਿਹੜਾ ਮੈਨੂੰ ਲੱਭਦਾ ਉਹਦੇ ਵਿੱਚ ਜਿਉਣ, ਉਹ ਜਿਉਣ ਨੂੰ ਲੱਭਦਾ ਹੈ। ਹਾਲੇ ਹਮੇਸ਼ਾ ਦੀ ਜ਼ਿੰਦਗੀ ਉਹਨੂੰ ਮਿਲਦੀ ਹੈ। ਹਾਲੇਲੂਇਆ। ਅਤੇ ਯਹੋਵਾ ਤੋਂ ਕਿਰਪਾ ਪਾਵੇਗਾ, ਪਰਮੇਸ਼ਵਰ ਤੋਂ ਕਿਰਪਾ ਪਾਵੇਗਾ ਉਹ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਦਾ ਪਰਮੇਸ਼ਵਰ, ਰਾਜਿਆਂ ਦਾ ਰਾਜਾ ਯਿਸੂ ਨਾਸਰੀ ਦੇ ਕੋਲੋਂ ਹੀ ਸਾਨੂੰ ਕਿਰਪਾ ਮਿਲਦੀ। ਹਾਲੇਲੂਇਆ। ਉਹ ਹੀ ਸਾਡੇ ਤੇ ਕਿਰਪਾ ਕਰ ਸਕਦੇ ਮੇਰੇ ਜੀਜੋ। ਪਰ ਜੋ ਮੇਰਾ ਪਾਪ ਕਰਦਾ ਉਹ ਆਪਣੀ ਜਾਨ ਦਾ ਨੁਕਸਾਨ, ਜੋ ਪਾਪ ਕਰਦਾ ਉਹ ਆਪਣੀ ਜਾਨ ਦਾ ਨੁਕਸਾਨ ਕਰਦਾ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਸਾਨੂੰ ਹਰ ਪਾਪ ਤੋਂ ਬਚੇ ਰਹਿਣ ਦੀ ਜ਼ਰੂਰਤ ਹੈ, ਸਾਨੂੰ ਹਰ ਗੁਨਾਹ ਤੋਂ ਬਚੇ ਰਹਿਣ ਦੀ ਜ਼ਰੂਰਤ ਹੈ। ਜਦੋਂ ਅਸੀਂ ਪਰਮੇਸ਼ਰ ਯਿਸੂ ਮਸੀਹ ਨੂੰ ਇੱਕ ਵਾਰੀ ਪਹਿਨ ਲਿਆ ਤਾਂ ਫਿਰ ਅਸੀਂ ਪਰਮੇਸ਼ਰ ਦੇ ਨਾਲ ਚੱਲਣਾ ਹੈ, ਰੂਹ ਔਰ ਸੱਚਾਈ ਤੇ ਦਿਲ ਦੀਆਂ ਗਹਿਰਾਈਆਂ ਦੇ ਨਾਲ, ਹਰ ਲਾਲਚ ਤੋਂ ਨੂੰ ਛੱਡ ਕੇ। ਹਾਲੇਲੂਇਆ। ਪਰਮੇਸ਼ਵਰ ਦੇ ਕੇ ਆਪਣਾ ਜੀਵਨ ਜਿਹੜਾ ਆ ਪਰਮੇਸ਼ਰ ਨੂੰ ਦੇ ਦੇਣਾ, ਉਹ ਤੁਹਾਨੂੰ ਆਪਣੇ ਪੁੱਤਰ ਆਤਮਾ ਦੇ ਦੁਆਰਾ ਫਿਰ ਚਲਾਏਗਾ। ਹਾਲੇਲੂਇਆ। ਜਦੋਂ ਅਸੀਂ ਉਹਦੀ ਆਵਾਜ਼ ਨੂੰ ਸੁਣਦੇ ਹਾਂ ਤਾਂ ਪਰਮੇਸ਼ਰ ਦਾ ਆਤਮਾ ਸਾਨੂੰ ਜਿਹੜਾ ਆ ਉਹ ਆਪਣੇ ਮੁਤਾਬਕ ਚਲਾਉਂਦਾ ਹੈ, ਆਪਣੇ ਮੁਤਾਬਕ ਤੁਹਾਡੀਆਂ ਜ਼ਰੂਰਤਾਂ, ਹਰ ਗੱਲ, ਕੰਮ ਸਾਰੇ ਪਰਮੇਸ਼ਰ ਦੇ ਪੁੱਤਰ ਆਤਮਾ ਦੇ ਦੁਆਰਾ ਹੋ ਜਾਂਦੇ ਆ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦਾ ਪਰਮੇਸ਼ਰ, ਪ੍ਰਭੂ ਦਾ ਪ੍ਰਭੂ, ਰਾਜਾਂ ਦਾ ਰਾਜਾ ਯਿਸੂ ਨਾਸਰੀ ਹਮੇਸ਼ਾ ਤੁਹਾਡੇ ਨਾਲ ਹੁੰਦੇ। ਹਾਲੇ ਜਿੰਨੇ ਮੇਰੇ ਨਾਲ ਬੈਰ ਰੱਖਦੇ ਹਨ ਉਹ ਮੌਤ ਨਾਲ ਪ੍ਰੀਤ ਲਾਉਂਦੇ ਹਨ। ਪਰਮੇਸ਼ਰ ਕਹਿੰਦੇ ਕਿ ਜਿੰਨੇ ਮੇਰੇ ਨਾਲ ਵੈਰ ਰੱਖਦੇ ਉਹ ਮੌਤ ਦੇ ਨਾਲ ਪ੍ਰੀਤ ਲਾਉਂਦੇ ਹੈ। ਹਾਲੇਲੂਇਆ। ਇਸ ਕਰਕੇ ਅਸੀਂ ਮੌਤ ਵੱਲ ਨਹੀਂ ਜਾਣਾ ਹੈ, ਬਲਕਿ ਹਮੇਸ਼ਾ ਦੀ ਜ਼ਿੰਦਗੀ ਪਰਮੇਸ਼ਰ ਦੇ ਕੋਲੋਂ ਪਾਉਣੀ ਹੈ ਮੇਰੇ ਜੀਜੋ। ਹਾਲੇਲੂਇਆ। ਕਿਉਂਕਿ ਪ੍ਰਭੂ ਹਰ ਇੱਕ ਇਨਸਾਨ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਦੇ ਉੱਪਰ ਬਣਾਇਆ ਹੈ, ਪਰ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਮੇਰੇ ਵਰਗੇ ਬਣੋ, ਮੇਰੇ ਵਰਗੇ ਕੰਮ ਕਰੋ। ਹਾਲੇਲੂਇਆ। ਔਰ ਜੋ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਮੈਂ ਜਾਣਾ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ, ਜਿੱਥੇ ਮੈਂ ਉੱਥੇ ਤੁਸੀਂ ਵੀ ਹੋਵੋ ਮੇਰੇ ਜੀਜੋ। ਕਦੋਂ ਅਸੀਂ ਉੱਥੇ ਜਾਵਾਂਗੇ? ਜਦੋਂ ਆਪਣੀਆਂ ਜ਼ਿੰਦਗੀਆਂ ਪਾਕ ਤੇ ਸਾਫ਼ ਤੇ ਪਵਿੱਤਰਤਾਈ ਦੇ ਵਿੱਚ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰਾਂਗੇ ਤਾਂ ਮੇਰੇ ਜੀਜੋ ਯਿਸੂ ਮਸੀਹ ਨਾਸਰੀ ਪਰਮੇਸ਼ਰ ਕਹਿੰਦਾ ਜਿੱਥੇ ਮੈਂ ਉੱਥੇ ਤੁਸੀਂ ਵੀ ਹੋਵੋਗੇ। ਹਾਲੇਲੂਇਆ। ਅੱਜ ਸੋਚਣ ਦੀ ਗੱਲ ਹੈ, ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਜੇਕਰ ਤੁਸੀਂ ਮੇਰੇ ਨਾਲ ਪ੍ਰੀਤ ਲਾਉਂਦੇ ਹੋ ਤਾਂ ਮੈਂ ਤੁਹਾਡੇ ਨਾਲ ਪ੍ਰੀਤ ਲਾਉਣਾ ਹਾਂ। ਹਾਲੇਲੂਇਆ। ਔਰ
ਲਿਖਿਆ ਕਿ ਜੇਕਰ ਜਿਹੜਾ ਮੈਨੂੰ ਲੱਭਦਾ ਉਹ ਜਿਉਣ ਲੱਭਦਾ ਹੈ ਮੇਰੇ ਜੀਜੋ, ਹਾਲੇਲੂਇਆ। ਅਸੀਂ ਜਿਉਣ ਨੂੰ ਲੱਭਣਾ ਹੈ, ਹਾਲੇਲੂਇਆ। ਨਾ ਕਿ ਅਸੀਂ ਬੈਕ ਸਲਾਈਡ ਹੋ ਜਾਣਾ ਹੈ, ਨਾ ਕਿ ਅਸੀਂ ਪਿਛਲੇ ਕੰਮਾਂ ਨੂੰ ਛੱਡ ਕੇ ਅਸੀਂ ਪਰਮੇਸ਼ਰ ਦੇ ਅੱਗੇ ਪਾਪਾਂ ਨੂੰ ਮੰਨ ਕੇ ਛੱਡ ਦਿੱਤਾ, ਦੁਬਾਰਾ ਅਸੀਂ ਉਹਦੇ ਵਿੱਚ ਨਹੀਂ ਜਾਣਾ ਹੈ, ਬਲਕਿ ਅਸੀਂ ਹਮੇਸ਼ਾ ਪਰਮੇਸ਼ਰ ਦਾ ਵਚਨ ਪੜ੍ਹਨਾ, ਉਹਦੇ ਮੁਤਾਬਕ ਚੱਲਣਾ, ਹਰ ਗੱਲ ਜਿਹੜੀ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਕਰਨੀ ਹੈ, ਹਾਲੇਲੂਇਆ। ਤਾਂ ਕਿ ਪਰਮੇਸ਼ਰ ਤੁਹਾਨੂੰ ਬਹੁਤ ਜ਼ਿਆਦਾ ਹੋਰ ਵੀ ਵਧਾਵੇ, ਹੋਰ ਵੀ ਜ਼ਿਆਦਾ ਤੁਹਾਨੂੰ ਬਰਕਤਾਂ ਦੇਵੇ, ਹੋਰ ਵੀ ਜ਼ਿਆਦਾ ਪਰਮੇਸ਼ਰ ਤੁਹਾਨੂੰ ਆਪਣੀ ਨਜ਼ਦੀਕੀ ਦੇ ਵਿੱਚ ਲੈ ਕੇ ਆਵੇ। ਜਦੋਂ ਨਜ਼ਦੀਕੀ ਦੇ ਵਿੱਚ ਲੈ ਕੇ ਆਉਂਦਾ, ਕਦੋਂ ਨਜ਼ਦੀਕੀ ਦੇ ਵਿੱਚ ਲੈ ਕੇ ਆਉਂਦਾ? ਜਦੋਂ ਅਸੀਂ ਪਰਮੇਸ਼ਰ ਦੇ ਨਾਲ ਵੱਧ ਤੋਂ ਵੱਧ ਟਾਈਮ ਗੁਜ਼ਾਰਦੇ ਹਾਂ, ਵੱਧ ਤੋਂ ਵੱਧ ਪ੍ਰੇ ਕਰਦੇ ਹਾਂ ਮੇਰੇ ਜੀਜੋ, ਤਾਂ ਫਿਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਹਮੇਸ਼ਾ ਤੁਹਾਡੇ ਨਾਲ ਨਜ਼ਦੀਕੀ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦਾ ਹੈ, ਹਾਲੇਲੂਇਆ। ਜਿੰਨਾ ਤੁਸੀਂ ਪਰਮੇਸ਼ਰ ਤੋਂ ਪਿੱਛੇ ਜਾਂਦੇ ਆ ਤਾਂ ਪਰਮੇਸ਼ਰ ਉਨਾ ਹੀ ਤੁਹਾਡੇ ਤੋਂ ਪਿੱਛੇ ਜਾਂਦਾ ਹੈ, ਪਰ ਜਿੰਨਾ ਅਸੀਂ ਪਰਮੇਸ਼ਰ ਦੇ ਨਾਲ ਆਪਣੀਆਂ ਜ਼ਿੰਦਗੀਆਂ ਜੋੜਦੇ ਹਾਂ ਤਾਂ ਉਨਾ ਹੀ ਪ੍ਰਭੂ ਸਾਡੇ ਨਾਲ ਹਮੇਸ਼ਾ ਸਾਡੇ ਨਾਲ ਹੁੰਦਾ ਆ। ਕਿਉਂਕਿ ਪਰਮੇਸ਼ਰ ਦੇ ਵਚਨ ਨੂੰ ਜਦੋਂ ਅਸੀਂ ਪੂਰਾ ਕਰਦੇ ਤਾਂ ਪਰਮੇਸ਼ਰ ਕਹਿੰਦਾ ਮੇਰੇ ਕੋਲ ਤੁਹਾਡੇ ਲਈ ਜਿਉਣ ਹੈ ਮੇਰੇ ਚੀਜ਼ੋ, ਹਾਲੇਲੂਇਆ। ਇਸ ਕਰਕੇ ਅਸੀਂ ਵੱਧ ਤੋਂ ਵੱਧ ਪਰਮੇਸ਼ਰ ਦਾ ਵਚਨ ਪੜ੍ਹਨਾ ਹੈ, ਉਹਦੇ ਉੱਪਰ ਚੱਲਣਾ ਹੈ। ਜੋ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਹੈ ਉਹਨੂੰ ਸੁਣਨਾ ਹੈ, ਨਾ ਕਿ ਲੋਕਾਂ ਨੂੰ ਨਹੀਂ ਅਸੀਂ ਸੁਣਨਾ। ਪਰਮੇਸ਼ਰ ਦਾ ਵਚਨ ਸੁਣਨਾ ਕਿ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਹੈ, ਹਾਲੇਲੂਇਆ। ਇਸ ਕਰਕੇ ਜੇਕਰ ਅਸੀਂ ਜਿਉਣ ਲੱਭਣਾ ਹੈ ਤਾਂ ਪਰਮੇਸ਼ਰ ਕਹਿੰਦਾ ਕਿ ਮੇਰੇ ਕੋਲ ਜਿਉਣ ਹੈ, ਪਰ ਉਹਦੀ ਇੱਛਾ ਨੂੰ ਪੂਰੀ ਕਰਕੇ ਉਹਦੇ ਵਚਨ ਦੇ ਮੁਤਾਬਕ ਆਪਣੀਆਂ ਜ਼ਿੰਦਗੀਆਂ ਨੂੰ ਜਿਹੜਾ ਗੁਜ਼ਾਰਨਾ ਹੈ, ਔਰ ਪਰਮੇਸ਼ਰ ਦਾ ਵਚਨ ਪੜ੍ਹਨਾ, ਦੁਆ ਕਰਨੀ, ਵੱਧ ਤੋਂ ਵੱਧ ਦੁਆ ਕਰਕੇ ਪਰਮੇਸ਼ਰ ਦੇ ਨਾਲ ਆਪਣੀਆਂ ਜ਼ਿੰਦਗੀਆਂ ਜੋੜਨੀਆਂ ਮੇਰੇ ਚੀਜ਼ੋ। ਫਿਰ ਪਰਮੇਸ਼ਰ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼, ਬਹੁਤ ਵੱਡਾ ਰਹਿਮ ਤੇ ਫਜ਼ਲ ਕਰਕੇ ਤੁਹਾਨੂੰ ਆਪਣੇ ਵਿੱਚ ਬਣਾਏਗਾ, ਤੁਹਾਨੂੰ ਹੋਰ ਵੀ ਜ਼ਿਆਦਾ ਆਪਣੀ ਨਜ਼ਦੀਕੀ ਦੇ ਵਿੱਚ ਲੈ ਕੇ ਆਏਗਾ, ਹੋਰ ਵੀ ਜ਼ਿਆਦਾ ਆਪਣੀ ਨਜ਼ਦੀਕੀ ਦੇ ਵਿੱਚ, ਹੋਰ ਵੀ ਜ਼ਿਆਦਾ ਆਪਣੀ ਨਜ਼ਦੀਕੀ ਦੇ ਵਿੱਚ ਲੈ ਕੇ ਆਏਗਾ। ਇੱਕ ਦਿਨ ਪ੍ਰਭੂ ਯਿਸੂ ਨਾਸਰੀ ਜਿਹੜੇ ਆ ਉਹ ਜਦੋਂ ਆਉਣਗੇ ਇਸ ਦੁਨੀਆ ਦੇ ਉੱਪਰ, ਜਦੋਂ ਨਿਆਂ ਕਰਨਾ ਉਹਨਾਂ ਨੇ, ਉਹ ਪੁੱਛਣਗੇ ਕਿ ਤੂੰ ਮੇਰੇ ਲਈ ਕੀ ਕੀਤਾ, ਤਾਂ ਮੇਰੇ ਚ ਜੋ ਪਰਮੇਸ਼ਰ ਸਭ ਕੁਝ ਜਾਣਦੇ ਆ, ਹਾਲੇਲੂਇਆ। ਜੋ ਕੁਝ ਵੀ ਅਸੀਂ ਅੱਛੇ ਕੰਮ ਕਰਾਂਗੇ ਉਹ ਵੀ ਜਾਣਦਾ ਪਰਮੇਸ਼ਰ, ਜੇ ਅਸੀਂ ਬੁਰੇ ਕੰਮ ਕਰਦੇ ਉਹ ਵੀ ਪਰਮੇਸ਼ਰ ਜਾਣਦਾ। ਪਰ ਸਾਨੂੰ ਹਮੇਸ਼ਾ ਜਿਹੜਾ ਆ ਉਹ ਪਰਮੇਸ਼ਰ ਦੇ ਵਿੱਚ, ਪਰਮੇਸ਼ਰ ਦੇ ਵਚਨ ਦੇ ਦੁਆਰਾ ਜਿਹੜੇ ਆ ਅੱਛੇ ਕੰਮ ਕਰਨ ਦੀ ਜ਼ਰੂਰਤ ਹੈ, ਪਰਮੇਸ਼ਰ ਦਾ ਵਚਨ ਪੜ੍ਹਨ ਦੀ ਜ਼ਰੂਰਤ ਹੈ, ਦੁਆ ਕਰਨ ਦੀ ਜ਼ਰੂਰਤ ਹੈ, ਤਾਂ ਕਿ ਅਸੀਂ ਹਰ ਪਾਪ ਤੋਂ ਬਚੇ ਰਹੀਏ। ਖੁਦਾਵੰਦ ਪ੍ਰਭੂ ਯਿਸੂ ਮਸੀਹ ਇਹਨਾਂ ਵਚਨਾਂ ਨੂੰ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਆਸ਼ੀਸ਼ ਦੇਵੇ। ਆਮੀਨ।